ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਅੱਜ ਦੀ ਵੀਡੀਓ 'ਚ ਆਪਾਂ ਜਿਹਨੂੰ ਅਸੀਂ ਸਾਰਿਆਂ ਨਾਲੋਂ ਔਖਾ ਟੈਂਸ ਕਹਿ ਦਿੰਦੇ ਹਾਂ, ਜਦੋਂ ਤੁਹਾਡੇ ਫੋਨ ਆਉਣ ਉਹਦੇ 'ਚ ਤੁਸੀਂ ਇਹੀ ਗੱਲ ਕਹਿੰਦੇ ਹੁੰਦੇ ਵੀ ਆਹ ਟੈਂਸ ਤਾਂ ਸਾਨੂੰ ਬਾਹਲਾ ਸੌਖਾ ਲੱਗਦਾ ਤੇ ਆਹ ਬਾਹਲਾ ਔਖਾ ਲੱਗਦਾ। ਜਿਹੜਾ ਸੌਖਾ ਟੈਂਸ ਆ, ਜਿਹਨੂੰ ਸਾਰੇ ਸੌਖਾ ਟੈਂਸ ਕਹਿੰਦੇ ਨੇ, ਉਹ ਆ ਪ੍ਰੈਜ਼ੈਂਟ, ਪਾਸਟ ਤੇ ਫਿਊਚਰ ਕੰਟੀਨਿਊਸ। ਸਿੰਪਲ ਸਿੱਧਾ ਕੰਟੀਨਿਊਸ ਹੈ ਨਾ। ਉਹਨੂੰ ਸਾਰੇ ਕਹਿੰਦੇ ਨੇ ਵੀ ਤਾਂ ਬੜਾ ਸੌਖਾ, ਅਸੀਂ SMR ਲਾ ਕੇ ING ਲਾ ਕੇ ਉਹਦੀ ਬਣਾ ਲੈਂਦੇ ਹਾਂ ਵੀ ਬੜਾ ਸਾਨੂੰ ਈਜ਼ੀ ਲੱਗਦਾ, ਉਧਰ ਆਵਾਜ਼-ਵਾਰ ਲਾ ਲੈਂਦੇ ਹਾਂ ਬੜਾ ਸੌਖਾ। ਤੇ ਸਾਰੇ ਜਾਣੇ ਕਹਿ ਦਿੰਦੇ ਨੇ ਵੀ ਜਿਹੜਾ ਪਰਫੈਕਟ ਕੰਟੀਨਿਊਸ ਟੈਂਸ ਆ ਇਹ ਸਾਨੂੰ ਬੜਾ ਤੰਗ ਕਰਦਾ। ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝ ਲਈਏ, ਅੱਜ ਦੀ ਵੀਡੀਓ 'ਚ ਧਿਆਨ ਬਣਾ ਕੇ ਰੱਖਿਓ ਤਾਂ ਤੁਸੀਂ ਇਹ ਗੱਲ ਕਹੋਗੇ ਵੀ ਪ੍ਰੈਜ਼ੈਂਟ ਕੰਟੀਨਿਊਸ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ 'ਚ ਤਾਂ ਫਰਕ ਹੀ ਕੋਈ ਨਹੀਂ। ਜੇ ਇਹ ਵਾਲਾ ਸੌਖਾ ਤਾਂ ਉਦੋਂ ਵੀ ਸੌਖਾ, ਸਾਨੂੰ ਤਾਂ ਸਾਰੀ ਕਹਾਣੀ ਸਮਝ ਆ ਗਈ। ਹੁਣ ਜੇ ਸਾਨੂੰ ਪ੍ਰੈਜ਼ੈਂਟ ਕੰਟੀਨਿਊ ਸਮਝ ਆ ਗਿਆ ਤਾਂ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ। ਪਹਿਲਾਂ ਆਪਾਂ ਪੰਜਾਬੀ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਪੰਜਾਬੀ 'ਚ ਵਾਕ ਬੋਲਣਾ ਹੋਵੇ, ਦੇਖੋ ਪ੍ਰੈਜ਼ੈਂਟ ਕੰਟੀਨਿਊਸ 'ਚ ਕਹਿਣਾ ਸਾਰੇ ਕੀ ਕਹਾਂਗੇ ਆਪਾਂ, ਮੈਂ ਖੇਡ ਰਿਹਾ ਹਾਂ। ਠੀਕ ਹੈ ਜੀ। ਕਹਿੰਦੇ ਹੁੰਦੇ ਆ ਰਿਹਾ ਹਾਂ, ਰਹੀ ਹਾਂ, ਰਹੇ ਹਨ। ਉਹ ਖੇਡ ਰਹੀ ਹੈ, ਉਹ ਖੇਡ ਰਹੇ ਹਨ, ਮੁੰਡੇ ਖੇਡ ਰਹੇ ਹਨ, ਹਨਾ, ਮੁੰਡੇ ਦੌੜ ਰਹੇ ਹਨ। ਜਿੱਥੇ ਇਹ ਆ ਜੇ ਰਿਹਾ ਹੈ, ਰਹੇ ਹਨ, ਰਹੀਆਂ ਹਨ, ਇਹ ਆ ਜਾਣ, ਉਹ ਹੁੰਦਾ ਸਾਡੇ ਕੋਲੇ ਕੰਟੀਨਿਊਸ ਟੈਂਸ। ਪ੍ਰੈਜ਼ੈਂਟ ਹੋਵੇ ਜੇ ਹਾਂ ਹੈ ਆ, ਹਨਾ, ਫਿਰ ਉਹ ਪ੍ਰੈਜ਼ੈਂਟ ਹੁੰਦਾ। ਜੇ ਸੀ ਆ ਜੇ ਫਿਰ ਪਾਸਟ ਹੋ ਗਿਆ। ਜੇ ਹੋਵਾਂਗਾ ਆ ਜੇ, ਹਨਾ, ਉਹ ਹੁੰਦਾ ਫਿਊਚਰ, ਵੀ ਭਵਿੱਖ ਦੀ ਗੱਲ ਕਰੀ ਹੋਵੇ। ਕਹਿਣ ਦਾ ਮਤਲਬ ਇਹ ਆ ਪ੍ਰੈਜ਼ੈਂਟ ਕੰਟੀਨਿਊਸ ਉਹ ਹੁੰਦਾ ਜਿੱਥੇ ਇਸ ਸਮੇਂ ਕਿਰਿਆ ਚੱਲ ਰਹੀ ਆ, ਉਹ ਹੁੰਦਾ ਪ੍ਰੈਜ਼ੈਂਟ ਕੰਟੀਨਿਊਸ। ਇਹ ਅਸੀਂ ਸਾਰੇ ਜਾਣੇ ਕਹਿੰਦੇ ਨੇ ਵੀ ਸਾਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ। ਮੈਂ ਖੇਡ ਰਿਹਾ, ਇਹ ਬਣ ਗਿਆ ਪ੍ਰੈਜ਼ੈਂਟ ਕੰਟੀਨਿਊਸ ਪਹਿਲਾ। ਠੀਕ ਹੈ ਜੀ। ਹੁਣ ਅੱਗੇ ਆ ਗਏ ਸਾਡੇ ਕੋਲ ਪਰਫੈਕਟ ਕੰਟੀਨਿਊਸ ਟੈਂਸ। ਸਾਨੂੰ ਪਤਾ ਜਿਹੜੇ ਟੈਂਸ ਨੇ ਸਾਡੇ ਕੋਲ ਤਿੰਨ, ਹਨਾ, ਉਹਨਾਂ ਦੇ ਮੁੱਢ ਹੁੰਦੇ ਆ, ਅੱਗੇ ਅੱਗੇ ਉਹਨਾਂ ਦੇ ਪਾਰਟ ਹੁੰਦੇ ਨੇ। ਪ੍ਰੈਜ਼ੈਂਟ, ਪ੍ਰੈਜ਼ੈਂਟ, ਪਾਸਟ ਤੇ ਫਿਊਚਰ। ਕਿਹੜਾ ਮਰਜ਼ੀ ਟੈਂਸ ਲੈ ਲਓ, ਜੇ ਅਸੀਂ ਕੱਲਾ ਕੰਟੀਨਿਊਸ ਲਵਾਂਗੇ ਤਾਂ ਉਹ 'ਚ ਵੀ ਪ੍ਰੈਜ਼ੈਂਟ, ਪਾਸਟ, ਫਿਊਚਰ ਹੁੰਦਾ। ਜੇ ਅਸੀਂ ਕੱਲਾ ਪਰਫੈਕਟ ਲਵਾਂਗੇ ਉਹਦੇ 'ਚ ਵੀ ਹੁੰਦਾ। ਅੱਜ ਆਪਾਂ ਚੱਕਿਆ ਪਰਫੈਕਟ ਕੰਟੀਨਿਊਸ ਟੈਂਸ। ਹੁਣ ਦੇਖੋ, ਪਹਿਲੀ ਗੱਲ, ਜਦੋਂ ਸਾਡੇ ਕੋਲੇ ਪਰਫੈਕਟ ਟੈਂਸ, ਪਰਫੈਕਟ ਲਿਖਿਆ ਹੋਵੇ, ਉੱਥੇ ਕੀ ਹੁੰਦਾ ਸਾਡੇ ਕੋਲੇ, ਹੈਜ਼, ਹੈਵ ਤੇ ਹੈਡ, ਇਹਨਾਂ ਚੋਂ ਆਊਗਾ ਹੀ ਆਊਗਾ ਟੈਂਸ ਦੇ ਹਿਸਾਬ ਨਾਲ। ਜੇ ਇੱਥੇ ਪ੍ਰੈਜ਼ੈਂਟ ਆ ਤਾਂ ਹੈਜ਼, ਹੈਵ ਚੋਂ ਆਜੂ। ਜੇ ਪਾਸਟ ਆ ਤਾਂ ਹੈਡ ਆਊਗਾ। ਜੇ ਫਿਊਚਰ ਆ, ਫਿਊਚਰ ਦੇ ਵਿੱਚ ਹਮੇਸ਼ਾ ਹੀ ਵਿਲ ਹੈਵ ਆਉਂਦਾ। ਜਦੋਂ ਵੀ ਪਰਫੈਕਟ ਦੀ ਗੱਲ ਹੋਵੇ ਤੇ ਫਿਊਚਰ ਦੀ ਗੱਲ ਹੋਵੇ, ਉੱਥੇ ਹਮੇਸ਼ਾ ਵਿਲ ਹੈਵ ਹੀ ਆਊਗਾ। ਤੇ ਵਿਲ ਦੇ ਨਾਲ ਅਸੀਂ ਕਦੇ ਵੀ ਹੈਜ਼ ਨਹੀਂ ਲਾਉਣਾ ਹੁੰਦਾ। ਇਹ ਕਈ ਵਾਰੀ ਤੁਹਾਡੇ ਵੱਲੋਂ ਸਵਾਲ ਆਉਂਦਾ, ਇਹ ਗਲਤ ਆ। ਵਿਲ ਨਾਲ ਹਮੇਸ਼ਾ ਹੈਵ ਲਾਉਣਾ। ਠੀਕ ਹੈ ਜੀ, ਚਾਹੇ ਸਬਜੈਕਟ ਕਿਹੜਾ ਮਰਜ਼ੀ ਹੋਵੇ। ਇਹ ਹੋ ਗਏ ਸਾਡੇ ਕੋਲੇ ਹੈਲਪਿੰਗ ਵਰਬ, ਆਪਾਂ ਚੱਕ ਰਹੇ ਹਾਂ। ਠੀਕ ਹੈ ਜੀ, ਇੰਨੀ ਕੁ ਗੱਲ ਸਮਝ ਆ ਗਈ। ਹੁਣ ਅੱਗੇ ਆ ਸਾਡੇ ਕੋਲੇ ਕੰਟੀਨਿਊਸ ਟੈਂਸ। ਜਦੋਂ ਸਾਡੇ ਕੋਲ ਕੰਟੀਨਿਊਸ ਟੈਂਸ ਹੋਵੇ, ਉਦੋਂ ਸਾਨੂੰ ਪਤਾ ਇੱਕ ਕੰਮ ਅਸੀਂ ਜਿਹੜਾ ਕਰਨਾ ਹੁੰਦਾ ਉਹ ਇਹ ਆ, ਜਿਹੜਾ ਪੱਕਾ ਹੈ ਵੀ ਵਰਬ ਦੀ ਬੇਸ ਫਾਰਮ ਨਾਲ ING ਲਾ ਕੇ ਲਿਖਣੀ ਹੁੰਦੀ ਆ। ਆਪਾਂ ਕਿਰਿਆ ਕੱਲੀ ਨਹੀਂ ਲਿਖਣੀ, ਉਹਦੇ ਨਾਲ ING ਲਾਉਣੀ ਆ, ਉਹਦੀ ਬੇਸ ਫਾਰਮ ਨਾਲ। ਕਹਿਣ ਦਾ ਮਤਲਬ ਇਹ ਆ ਵੀ ਇੱਥੇ ਵਰਬ ਦੀ ਬੇਸ ਫਾਰਮ ਨਾਲ ING ਆਊਗੀ ਹੀ ਆਊਗੀ। ਇੱਕ ਤਾਂ ਪਰਫੈਕਟ ਆ, ਇੱਕ ਕੰਟੀਨਿਊਸ ਆ। ਠੀਕ ਹੈ ਜੀ, ਇੱਥੇ ਵੀ ਆਊਗੀ, ਲਓ ਜੀ, ਆਊਗੀ, ਇੱਥੇ ਵੀ ਆਊਗੀ। ਹੋ ਗਿਆ ਜੀ, ਓਕੇ। ਹੁਣ ਅਗਲੀ ਗੱਲ, ਜਦੋਂ ਸਾਡੇ ਕੋਲ ਪਰਫੈਕਟ ਕੰਟੀਨਿਊਸ ਹੋਵੇ, ਇਹਦੇ ਵਿੱਚ ਅਸੀਂ ਕੀ ਕਰਨਾ, ਇੱਥੇ ਹੈਜ਼ ਦੇ ਨਾਲ ਵਰਬ ਦੀ ING ਫਾਰਮ ਆ, ਇੱਥੇ ਹੈਡ ਨਾਲ ਆ, ਇੱਥੇ ਵਿਲ ਹੈਵ ਨਾਲ ਆ, ਤਾਂ ਇਹਨਾਂ ਦੇ ਵਿਚਾਲੇ ਅਸੀਂ ਬੀਨ ਜ਼ਰੂਰ ਲਾਉਣਾ ਹੁੰਦਾ। ਲਓ ਜੀ, ਬੀਨ ਲਾ ਦਿੰਦੇ ਆ, ਬੀਨ ਜ਼ਰੂਰ ਲਾਓ। ਇਹ ਯਾਦ ਰੱਖਿਓ, ਜਦੋਂ ਪਰਫੈਕਟ ਕੰਟੀਨਿਊਸ ਟੈਂਸ ਆ ਜੇ ਤਾਂ ਅਸੀਂ ਬੀਨ ਜ਼ਰੂਰ ਲਾਵਾਂਗੇ। ਓਕੇ ਜੀ, ਇੱਥੇ ਵੀ ਬੀਨ ਲਾਤਾ, ਇੱਥੇ ਵੀ ਲਾਤਾ ਤੇ ਇੱਥੇ ਵੀ ਲਾਤਾ। ਇਹ ਬਣ ਗਿਆ ਸਾਡੇ ਕੋਲ ਇਹਦਾ ਬੇਸਿਕ ਢਾਂਚਾ। ਇਹ ਬੇਸਿਕ ਢਾਂਚਾ ਸਾਡੇ ਕੋਲ ਤਿਆਰ ਹੋ ਗਿਆ ਇਹਦਾ। ਹੁਣ ਪਹਿਲਾਂ ਤਾਂ ਆਪਾਂ ਇੱਕ ਫਰਕ ਸਮਝ ਲਈਏ ਵੀ ਕੰਟੀਨਿਊਸ ਤੇ ਪਰਫੈਕਟ ਕੰਟੀਨਿਊਸ 'ਚ ਕੀ ਫਰਕ ਆ। ਉਹ ਫਰਕ ਇਹ ਹੁੰਦਾ ਵੀ ਇੱਥੇ ਤਾਂ ਕੱਲਾ ਰਿਹਾ ਹਾਂ ਸੀ, ਉਹਦੇ ਨਾਲ ਜਦੋਂ ਸਮਾਂ ਦਿੱਤਾ ਹੋਵੇ ਸਾਨੂੰ, ਜਦੋਂ ਕੰਟੀਨਿਊਸ ਟੈਂਸ ਦੇ ਵਿੱਚ ਸਮਾਂ ਦਿੱਤਾ ਹੋਵੇ, ਸਮੇਂ ਦੀ ਗੱਲ ਕਰੀ ਹੋਵੇ ਵੀ ਇਹ ਕਿਰਿਆ ਕਿੰਨੇ ਸਮੇਂ ਤੋਂ ਹੋ ਰਹੀ ਆ, ਉੱਥੇ ਅਸੀਂ ਪਰਫੈਕਟ ਕੰਟੀਨਿਊਸ ਦੀ ਵਰਤੋਂ ਕਰਦੇ ਹਾਂ। ਕਹਿਣ ਦਾ ਮਤਲਬ ਇਹ ਆ, ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ, ਇਕੱਲੇ ਸਮੇਂ ਦਾ ਫਰਕ ਆ। ਹੁਣ ਇੱਥੇ ਮੈਂ ਖੇਡ ਰਿਹਾ ਹਾਂ, ਜੇ ਉਹ ਕਹਿ ਦਿੰਦਾ ਮੈਂ ਸਵੇਰ ਤੋਂ ਖੇਡ ਰਿਹਾ ਹਾਂ, ਮਤਲਬ ਇੱਥੇ ਉਹਨੇ ਸਮਾਂ ਲਾਤਾ।
मैं सवेर तो खेड रहा हाँ, वो 2 घंटिਆਂ ਤੋਂ पढ़ रहा है, वो 20 मिनटां ਤੋਂ गा रही है, ਉਹ ਫਿਰ ਕੰਟੀਨਿਊਸ ਟੈਂਸ ਨਹੀਂ ਰਹਿੰਦਾ, ਚਾਹੇ ਉਹ ਰਿਹਾ ਹੈ ਆ ਨਾਲ ਜਦੋਂ ਉਹਦੇ ਸਮਾਂ ਆ ਜੇ ਤਾਂ ਉਹ ਪਰਫੈਕਟ ਕੰਟੀਨਿਊਸ ਬਣ ਜਾਂਦਾ। ਠੀਕ ਹੈ ਜੀ, ਚਾਹੇ ਰਿਹਾ ਹੈ ਆ, ਰਹੀ ਹੈ ਆ, ਚਾਹੇ ਰਿਹਾ ਸੀ ਆ, ਚਾਹੇ ਰਿਹਾ ਹੋਵੇਗਾ, ਹਨਾ। ਹੁਣ ਮੰਨ ਲਓ ਉਹਨੇ ਇੱਥੇ ਕਹਿਤਾ ਉਹ ਮੈਂ ਸਵੇਰ ਤੋਂ ਖੇਡ ਰਿਹਾ ਸੀ, ਜੇ ਇੱਥੇ ਸੀ ਹੁੰਦਾ ਫਿਰ ਇਹ ਪਾਸਟ ਪਰਫੈਕਟ ਕੰਟੀਨਿਊਸ 'ਚ ਬਣ ਜਾਂਦਾ। ਜੇ ਇੱਥੇ ਹੁੰਦਾ ਮੈਂ ਸਵੇਰ ਤੋਂ ਖੇਡ ਰਿਹਾ ਹੋਵਾਂਗਾ, ਫਿਰ ਉਹ ਫਿਊਚਰ ਪਰਫੈਕਟ ਕੰਟੀਨਿਊਸ ਬਣ ਜਾਂਦਾ। ਇਹ ਆ ਕੰਟੀਨਿਊਸ ਤੇ ਪਰਫੈਕਟ ਕੰਟੀਨਿਊਸ ਦੇ ਵਿੱਚ ਫਰਕ। ਇਹ ਚੀਜ਼ ਅਸੀਂ ਸਮਝ ਲੈਣੀ ਆ ਵੀ ਕੰਟੀਨਿਊਸ ਦੇ ਵਿੱਚ ਜਦੋਂ ਸਾਨੂੰ ਸਮਾਂ ਦਿੱਤਾ ਹੋਵੇ ਉਹ ਫਿਰ ਬਣ ਜਾਂਦਾ ਪਰਫੈਕਟ ਕੰਟੀਨਿਊਸ। ਐਡੀ ਕੁ ਗੱਲ ਆ। ਹੁਣ ਆਪਾਂ ਕੀ ਕਰ ਰਹੇ ਸੀ, ਆਪਾਂ ਢਾਂਚਾ ਬਣਾ ਲਿਆ। ਠੀਕ ਹੈ ਜੀ, ਹੁਣ ਸਾਡੇ ਕੋਲ ਸਬਜੈਕਟ ਕਿਹੜੇ ਕਿਹੜੇ ਹੁੰਦੇ ਨੇ, ਹੀ, ਸ਼ੀ, ਇਟ, ਹਨਾ, ਇਹ ਆਈ, ਵੀ, ਦੇ, ਯੂ, ਇਹ ਵੀ ਸਾਰੇ, ਇੱਥੇ ਵੀ ਸਾਰੇ ਸਬਜੈਕਟ ਹੁੰਦੇ ਨੇ। ਸਬਜੈਕਟ ਤੇ ਸਬਜੈਕਟ ਮੂਰੇ ਸਬਜੈਕਟ ਇਹਨਾਂ ਚੋਂ ਕਿਹੜਾ ਮਰਜ਼ੀ ਚੱਕ ਲਓ। ਉਦੋਂ ਬਾਅਦ ਇੱਥੇ ਪਲੱਸ ਜਿਹੜਾ ਆਪਾਂ ਢਾਂਚਾ ਬਣਾਇਆ ਸੀ, ਇੱਥੇ ਵੀ ਪਲੱਸ, ਉਦੋਂ ਬਾਅਦ ਅੱਗੇ ਇਹ ਵੀ ਪਲੱਸ, ਤੇ ਅਖੀਰ ਤੇ ਜਾ ਕੇ ਸਾਡੇ ਕੋਲੇ ਫॉर ਤੇ ਸਿੰਸ ਚੋਂ ਅਸੀਂ ਇੱਕ ਚੂਜ਼ ਕਰਨਾ ਹੁੰਦਾ। ਫॉर ਲੈ ਲਓ ਚਾਹੇ ਸਿੰਸ ਲੈ ਲਓ, ਇੱਕ ਚੂਜ਼ ਕਰਾਂਗੇ ਤੇ ਉਦੋਂ ਅੱਗੇ ਸਾਡੇ ਕੋਲੇ ਟਾਈਮ। ਠੀਕ ਹੈ ਜੀ, ਵੀ ਸਮਾਂ ਹੋ ਕੋਈ ਮਰਜ਼ੀ ਹੋ ਸਕਦਾ, ਕੁਛ ਮਰਜ਼ੀ ਹੋ ਸਕਦਾ, ਸਾਨੂੰ ਇੱਕ ਸਮਾਂ ਦਿੱਤਾ ਹੁੰਦਾ। ਫॉर ਤੇ ਸਿੰਸ ਚੋਂ ਇੱਕ ਚੀਜ਼ ਵਰਤਾਂਗੇ ਤੇ ਇੱਥੇ ਟਾਈਮ ਲਾ ਦਾਂਗੇ। ਜਿਵੇਂ ਦੇਖੋ ਆਪਾਂ ਇੱਕ ਸੈਂਪਲ ਬਣਾ ਕੇ ਦੇਖਦੇ ਹਾਂ। ਆ ਮੈਂ ਖੇਡ ਰਿਹਾ ਹਾਂ, ਕਿਵੇਂ ਬਣਨਾ ਸੀ, ਆਈ ਐਮ ਪਲੇਇੰਗ। ਠੀਕ ਹੈ ਜੀ, ਹੁਣ ਜਦੋਂ ਅਸੀਂ ਇਹਨੂੰ ਪ੍ਰੈਜ਼ੈਂਟ ਪਰਫੈਕਟ 'ਚ ਬਣਾਉਣਾ ਤਾਂ ਇੱਥੇ ਸਬਜੈਕਟ ਪਹਿਲਾਂ ਆਪਾਂ ਕਿਹਾ ਵੀ ਪਹਿਲਾਂ ਸਬਜੈਕਟ ਚੱਕਣਾ, ਸਬਜੈਕਟ ਅਸੀਂ ਆਏ ਲੈ ਲਿਆ। ਹੈਜ਼ ਹੈਵ 'ਚੋਂ ਆਈ ਨਾਲ ਕਿਹੜਾ ਲੱਗਦਾ ਹੁੰਦਾ, ਹੈਵ। ਬੀਨ ਇੱਥੇ ਲਾਤਾ, ਆਈ ਹੈਵ ਬੀਨ, ਹੈ ਨਾ। ਪਲੇ ਦੀ ਗੱਲ ਹੋ ਰਹੀ ਆ, ਪਲੇ ਦੇ ਨਾਲ ਆਈ ਐਨ ਜੀ, ਪਲੇਇੰਗ, ਹੈ ਨਾ। ਹੁਣ ਇੱਥੇ ਫॉर ਤੇ ਸਿੰਸ ਚੋਂ ਸਿੰਸ, ਸਵੇਰ ਤੋਂ ਆ ਤਾਂ ਮਾਰਨਿੰਗ। ਓਕੇ ਜੀ, ਆਈ ਹੈਵ ਬੀਨ ਪਲੇਇੰਗ ਸਿੰਸ ਮਾਰਨਿੰਗ। ਇਹ ਬਣ ਗਈ ਗੱਲ। ਹੁਣ ਆਈ ਦੀ ਥਾਂ ਤੇ ਜੇ ਹੀ ਹੁੰਦਾ ਇੱਥੇ ਹੀ, ਫਿਰ ਉੱਥੇ ਹੈਜ਼ ਆ ਜਾਂਦਾ ਸਬਜੈਕਟ ਦੇ ਹਿਸਾਬ ਨਾਲ, ਹੀ ਹੈਜ਼ ਬੀਨ ਪਲੇਇੰਗ ਸਿੰਸ ਮਾਰਨਿੰਗ ਬਣ ਜਾਂਦਾ ਫਿਰ। ਠੀਕ ਹੈ ਜੀ, ਹੁਣ ਅੱਗੇ ਆ ਗਿਆ ਸਾਡੇ ਕੋਲੇ ਪਾਸਟ। ਪਾਸਟ ਦੇ ਵਿੱਚ ਸਬਜੈਕਟ ਕਿਹੜਾ ਮਰਜ਼ੀ ਹੋਵੇ, ਹੈਡ ਬੀਨ ਹੀ ਲੱਗੂ, ਫਿਰ ਉਹ ਬਣ ਜਾਂਦਾ ਹੀ ਹੈਡ ਬੀਨ ਪਲੇਇੰਗ ਸਿੰਸ ਮਾਰਨਿੰਗ। ਐਡੀ ਕੁ ਗੱਲ ਆ। ਠੀਕ ਹੈ ਜੀ, ਇਹ ਬਣ ਜਾਂਦਾ ਸਾਡੇ ਕੋਲੇ। ਫਿਰ ਜੇ ਸਾਡੇ ਕੋਲ ਫਿਊਚਰ ਆ ਜਾਂਦਾ, ਚਾਹੇ ਹੀ ਆ, ਚਾਹੇ ਸ਼ੀ ਆ, ਚਾਹੇ ਆਏ ਆ, ਉਹ ਬਣ ਜਾਂਦਾ ਹੀ ਵਿਲ ਹੈਵ ਬੀਨ ਪਲੇਇੰਗ ਸਿੰਸ ਮਾਰਨਿੰਗ। ਓਕੇ ਜੀ, ਇਹ ਵੀ ਠੀਕ ਹੈ। ਹੁਣ ਇਹ ਸਾਰਾ ਸਾਨੂੰ ਸਮਝ ਆ ਗਿਆ। ਜਿਹੜੀ ਅਗਲੀ ਚੀਜ਼ ਆਪਾਂ ਇਹ ਸਮਝਣੀ ਆ ਫॉर ਤੇ ਸਿੰਸ ਦੀ। ਇਹ ਤੇ ਆਪਾਂ ਕੱਲਿਆਂ ਤੇ ਵੀਡੀਓ ਵੀ ਬਣਾਈ ਹੋਈ ਆ, ਪਰ ਅੱਜ ਵੀ ਆਪਾਂ ਇਹਦੇ ਤੇ ਗੱਲ ਕਰ ਲੈਂਦੇ ਆ ਤਾਂ ਕਿ ਅੱਜ ਵੀ ਚਲੋ ਤੁਹਾਨੂੰ ਪਤਾ ਲੱਗ ਜੇ। ਹੁਣ ਵੀਡੀਓ ਤਾਂ ਦੇਖ ਹੀ ਜਾਂਦੇ ਹੋ। ਫॉर ਤੇ ਸਿੰਸ ਨੂੰ ਵਰਤਣ ਵੇਲੇ ਅਸੀਂ ਬਹੁਤ ਧਿਆਨ ਰੱਖਣਾ ਵੀ ਕਿਹੜੇ ਨੂੰ ਕਿੱਥੇ ਵਰਤਣਾ। ਦੇਖੋ ਜਦੋਂ ਆਪਾਂ ਇੱਥੇ ਲਾਤਾ ਵੀ ਨਾਲ ਸਾਨੂੰ ਸਮਾਂ ਦਿੱਤਾ ਹੋਵੇ ਵੀ ਕਿਰਿਆ ਕਦੋਂ ਚੱਲੀ ਆ ਜਾਂ ਕਿੰਨਾ ਸਮਾਂ ਹੋ ਗਿਆ, ਵੀ ਕਿਰਿਆ ਦਾ ਸਮਾਂ ਦਿੱਤਾ ਹੋਵੇ, ਕੋਈ ਵੀ ਵਾਕ 'ਚ ਨਾਲ ਸਮਾਂ ਹੋਵੇ। ਹੁਣ ਦੇਖੋ ਕਿਰਿਆ ਚੱਲੀ ਆ, ਹਨਾ, ਕੀ ਸੀਨ ਹੁੰਦਾ ਕਿਰਿਆ ਦਾ ਵੀ ਇੱਥੋਂ ਕਿਰਿਆ ਸਟਾਰਟ ਹੋਈ, ਇੱਥੇ ਜਾ ਕੇ ਐਂਡ ਹੋ ਗਈ। ਆਹਾਗਾ ਵੀ ਉਹ ਕਿੰਨਾ ਸਮਾਂ ਚੱਲੀ, ਹੈ ਨਾ, ਡਿਊਰੇਸ਼ਨ। ਡਿਊਰੇਸ਼ਨ ਕਹਿ ਲਓ ਜਾਂ ਕਹਿ ਲਓ ਕਿੰਨਾ ਸਮਾਂ ਚੱਲੀ, ਕਿੰਨਾ ਚਿਰ ਚੱਲੀ, ਜਿਹਨੂੰ ਅਸੀਂ ਕਹਿ ਦਿੰਦੇ ਆ। ਆਹ ਸੀ ਸਟਾਰਟਿੰਗ ਪੁਆਇੰਟ, ਆਹ ਹੈ ਐਂਡਿੰਗ ਪੁਆਇੰਟ। ਇੱਥੋਂ ਸ਼ੁਰੂ ਹੋਈ ਸਟਾਰਟਿੰਗ ਪੁਆਇੰਟ ਤੋਂ, ਇੰਨਾ ਸਮਾਂ ਚੱਲੀ ਤੇ ਆਹ ਪੁਆਇੰਟ ਤੇ ਖਤਮ ਹੋਈ। ਹੁਣ ਜੇ ਆਪਾਂ ਕਹਿਣਾ ਹੋਵੇ ਵੀ ਕਿਰਿਆ 5 ਵਜੇ ਚੱਲੀ, ਉਹ 5 ਵਜੇ ਚੱਲੀ, ਉਦੋਂ ਬਾਅਦ ਉਹ 2 ਘੰਟੇ ਖੇਡੇ, 7 ਵਜੇ ਤੱਕ ਖੇਡੇ। ਸਟਾਰਟਿੰਗ ਪੁਆਇੰਟ ਬਣ ਗਿਆ 5 ਵਜੇ, ਹੈ ਨਾ, ਐਂਡਿੰਗ ਪੁਆਇੰਟ ਬਣ ਗਿਆ 7 ਵਜੇ, ਤੇ ਡਿਊਰੇਸ਼ਨ ਕਿੰਨੀ ਹੈ, 2 ਘੰਟੇ। ਇਹੀ ਹੈ ਨਾ ਗੱਲ। ਹੁਣ ਜਦੋਂ ਇਹ ਅਸੀਂ ਇੰਨਾ ਫੰਡਾ ਸਮਝ ਲਿਆ ਕਿਰਿਆ ਵਾਲਾ, ਤਾਂ ਫॉर ਤੇ ਸਿੰਸ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਉਣੀ। ਯਾਦ ਰੱਖੋ ਐਸ ਤੇ ਹੁੰਦਾ ਸਾਡੇ ਕੋਲ ਸਿੰਸ ਤੇ ਐਸ ਤੇ ਹੁੰਦਾ ਸਾਡੇ ਕੋਲ ਸਟਾਰਟਿੰਗ ਪੁਆਇੰਟ। ਜਿੱਥੇ ਸਾਡੇ ਕੋਲ ਸਟਾਰਟਿੰਗ ਪੁਆਇੰਟ ਆਫ ਟਾਈਮ ਦਿੱਤਾ ਹੋਵੇ, ਹੈ ਨਾ, ਜਿਹੜੀ ਚੀਜ਼ ਨੂੰ ਅਸੀਂ ਨਾਮ ਦੇ ਸਕਦੇ ਹਾਂ ਵੀ ਆਹ ਸਟਾਰਟਿੰਗ ਪੁਆਇੰਟ ਹੈ, ਇੱਕ ਐਗਜ਼ੈਕਟ ਸਮਾਂ ਦਿੱਤਾ ਹੋਵੇ, ਉੱਥੇ ਅਸੀਂ ਹਮੇਸ਼ਾ ਸਿੰਸ ਲਾਉਣਾ ਹੁੰਦਾ ਵੀ ਆਹ ਸਟਾਰਟਿੰਗ ਪੁਆਇੰਟ ਆ, ਇੱਥੋਂ ਚੱਲੀ ਆ ਕਿਰਿਆ। ਤੇ ਜੇ ਸਾਨੂੰ ਡਿਊਰੇਸ਼ਨ ਦਿੱਤੀ ਹੋਵੇ, ਜਿਵੇਂ ਆ 2 ਘੰਟੇ ਦਿੱਤੇ, ਉੱਥੇ ਲਾਉਣਾ ਹੁੰਦਾ ਸੀ ਫॉर। ਉੱਥੇ ਫॉर ਲੱਗੂ, ਸਟਾਰਟਿੰਗ ਪੁਆਇੰਟ ਤੇ ਸਿੰਸ ਲੱਗੂ। ਹੁਣ ਦੇਖੋ ਮਾਰਨਿੰਗ ਦਿੱਤਾ ਸਾਨੂੰ, ਕਿਰਿਆ ਦਾ ਸਟਾਰਟਿੰਗ ਪੁਆਇੰਟ ਕੀ ਸੀ, ਮਾਰਨਿੰਗ। ਮਾਰਨਿੰਗ 'ਚ ਕਿਰਿਆ ਚੱਲੀ। ਹੁਣ ਐਂਡਿੰਗ ਪੁਆਇੰਟ ਸਾਨੂੰ ਚਲੋ ਨਹੀਂ ਪਤਾ ਕਿੱਥੇ ਮੁੱਕਿਆ ਕਿੱਥੇ ਨਾ ਮੁੱਕਿਆ, ਪਰ ਸਾਨੂੰ ਸਟਾਰਟਿੰਗ ਪੁਆਇੰਟ ਪਤਾ ਮਾਰਨਿੰਗ। ਕੈ ਘੰਟੇ ਚੱਲੀ ਸਾਨੂੰ ਡਿਊਰੇਸ਼ਨ ਵੀ ਨਹੀਂ ਪਤਾ, 1 ਘੰਟੇ 10 ਮਿੰਟ 15 ਮਿੰਟ ਸਾਨੂੰ ਕੁਝ ਨਹੀਂ ਪਤਾ, ਸਾਨੂੰ ਇਕੱਲਾ ਸਟਾਰਟਿੰਗ ਪੁਆਇੰਟ ਪਤਾ। ਆਪਾਂ ਚੁੱਪ ਕਰਕੇ ਐਸ ਤੇ ਸਟਾਰਟਿੰਗ ਪੁਆਇੰਟ, ਐਸ ਤੇ ਸਿੰਸ।
ਓਕੇ ਜੀ, ਆਪਾਂ ਇਹਦੇ ਸਿੰਸ ਮਾਰਨਿੰਗ ਲਾਤਾ। ਹੁਣ ਜੇ ਇੱਥੇ ਉਹਨੇ ਕਿਹਾ ਹੁੰਦਾ ਮੈਂ 2 ਘੰਟਿਆਂ ਤੋਂ ਖੇਡ ਰਿਹਾ ਹਾਂ, 2 ਘੰਟਿਆਂ ਤੋਂ, ਹਨਾ, ਫਿਰ ਇੱਥੇ ਆਪਾਂ ਕੀ ਲਾਉਂਦੇ, ਫਿਰ ਸਿੰਸ ਨਹੀਂ, ਫਿਰ ਇੱਥੇ ਲਾਉਂਦੇ ਆਪਾਂ ਫॉर 2 ਆਵਰਸ। ਕਿਉਂ? ਕਿਉਂਕਿ ਸਾਨੂੰ ਡਿਊਰੇਸ਼ਨ ਦਿੱਤੀ ਹੈ ਵੀ ਕੰਮ ਕਿੰਨਾ ਸਮਾਂ ਚੱਲਿਆ। ਹੁਣ ਜਿਵੇਂ ਮੰਨ ਲਓ ਜੇ ਸਾਨੂੰ ਹਨਾ ਸਮੇਂ ਦੇ ਵਿੱਚ ਮਹੀਨਿਆਂ ਦੇ ਨਾਮ ਦਿੱਤੇ ਹੋਣ, ਜਿਵੇਂ ਜਨਵਰੀ, ਫਰਵਰੀ, ਮਾਰਚ, ਤਾਂ ਕੀ ਲੱਗੂਗਾ, ਜਨਵਰੀ ਇੱਕ ਸਟਾਰਟਿੰਗ ਪੁਆਇੰਟ ਆ। ਇਹ ਐਂ ਤਾਂ ਨਹੀਂ ਸਾਨੂੰ ਦੱਸਦਾ ਵੀ ਕਿੰਨਾ ਸਮਾਂ ਚੱਲਿਆ, ਵੀ ਹਨਾ ਕੋਈ ਕੰਮ ਆ ਜਿਹੜਾ ਉਹ ਜਨਵਰੀ ਤੋਂ ਹੋ ਰਿਹਾ, ਉਹਦਾ ਸਟਾਰਟਿੰਗ ਪੁਆਇੰਟ ਸੀ, ਉਹ ਚੀਜ਼ ਜਨਵਰੀ ਤੋਂ ਚੱਲੀ ਆ। ਫੇਰ ਵੀ ਆਪਾਂ ਸਿੰਸ ਲਾਵਾਂਗੇ, ਸਿੰਸ ਜਨਵਰੀ। ਹੁਣ ਜੇ ਸਾਨੂੰ ਡੇਜ਼ ਆਫ ਵੀਕ ਦੇ ਤੇ ਜਿਵੇਂ ਕੋਈ ਕੰਮ ਆ ਉਹ ਸੰਡੇ ਤੋਂ ਚੱਲਿਆ ਜਾਂ ਮੰਡੇ ਤੋਂ ਚੱਲਿਆ, ਫੇਰ ਵੀ ਆਪਾਂ ਸਿੰਸ ਲਾਵਾਂਗੇ ਕਿਉਂਕਿ ਮੰਡੇ ਤੋਂ ਚੱਲਿਆ, ਉਹ ਐਗਜ਼ੈਕਟ ਸਾਨੂੰ ਸਮਾਂ ਦੇਤਾ ਵੀ ਇਹ ਚੀਜ਼ ਮੰਡੇ ਤੋਂ ਸ਼ੁਰੂ ਹੋਈ ਆ ਜਾਂ ਇਹ ਕਿਰਿਆ ਇਹ ਕੰਮ ਮੰਡੇ ਤੋਂ ਚੱਲਿਆ। ਜੇ ਸਾਨੂੰ ਉਹਨਾਂ ਨੇ ਕਹਿਤਾ 7 ਡੇਜ਼ ਕਹਿਤਾ, ਇਹਦਾ ਮਤਲਬ ਆ ਡਿਊਰੇਸ਼ਨ ਦਿੱਤੀ ਹੈ ਵੀ ਕੰਮ ਕਿੰਨਾ ਸਮਾਂ ਚੱਲਿਆ, 7 ਡੇਜ਼। ਫਿਰ ਆਪਾਂ ਲਾਵਾਂਗੇ ਫॉर, ਚੁੱਪ ਕਰਕੇ ਫॉर ਲਾ ਦਿਆਂਗੇ ਬਸ, ਠੀਕ ਹੈ ਜੀ। ਤੇ ਜੇ ਅਸੀਂ ਸਾਡੇ ਕੋਲ ਦਿੱਤਾ ਵੀ 30 ਡੇਜ਼, ਮੰਨ ਲਓ ਜਾਂ 2 ਮੰਥਸ ਹੈ ਨਾ, 2 ਮੰਥਸ ਚੱਲੀ ਆ, ਮੰਥਸ ਦੇ ਤੇ ਨਾਮ ਨਹੀਂ ਦਿੱਤਾ, ਫਿਰ ਵੀ ਫॉर ਲਾਵਾਂਗੇ ਕਿਉਂਕਿ ਸਾਨੂੰ ਪਤਾ ਕਿੰਨਾ ਸਮਾਂ ਚੱਲੀ ਆ। ਉਵੇਂ ਈਅਰਸ ਦਿੱਤਾ ਹੈ ਨਾ, 3 ਈਅਰਸ, ਫਿਰ ਵੀ ਆਪਾਂ ਫॉर ਲਾਵਾਂਗੇ ਕਿਉਂਕਿ ਸਾਨੂੰ ਡਿਊਰੇਸ਼ਨ ਦਿੱਤੀ ਆ ਵੀ ਕੰਮ ਕਿੰਨਾ ਸਮਾਂ ਚੱਲਿਆ ਜਾਂ ਜਿਹੜਾ ਕੰਮ ਦੀ ਡਿਊਰੇਸ਼ਨ ਆ ਉਹ ਕੀ ਆ, ਠੀਕ ਹੈ ਜੀ, 3 ਈਅਰਸ। ਉਵੇਂ ਜੇ ਸਾਨੂੰ ਲਿਖਿਆ ਹੁੰਦਾ 1945, ਫਿਰ ਆਪਾਂ ਅੱਗੇ ਲਾਵਾਂਗੇ ਸਿੰਸ। ਹੁਣ ਤੁਸੀਂ ਬੜੇ ਵਾਰੇ ਲਿਖਿਆ ਦੇਖਿਆ ਉਹ ਬਾਹਰ, ਜਿਵੇਂ ਵੱਡੇ ਵੱਡੇ ਹਨਾ ਸ਼ੋਰੂਮਸ ਹੁੰਦੇ ਨੇ, ਕਿਤੇ ਵੀ ਤੁਸੀਂ ਦੁਕਾਨਾਂ ਤੇ ਗਏ ਹੋਗੇ, ਬ੍ਰਾਂਡਾਂ ਹੁੰਦੀਆਂ ਹਨਾ, ਉਹਨਾਂ ਦੇ ਥੱਲੇ ਲਿਖਿਆ ਹੁੰਦਾ ਸਿੰਸ 1945, ਸਿੰਸ 1825 ਲਿਖਿਆ ਹੁੰਦਾ ਨਾ। ਕਿਉਂ ਲਿਖਿਆਗਾ? ਕਿਉਂਕਿ ਉਹਦਾ ਸਟਾਰਟਿੰਗ ਪੁਆਇੰਟ ਆ ਸਿੰਸ, ਐਸ ਤੇ ਸਿੰਸ, ਐਸ ਤੇ ਸਟਾਰਟਿੰਗ ਪੁਆਇੰਟ। ਜੇ ਉਹ ਲਿਖ ਦਿੰਦੇ ਵੀ 30 ਈਅਰਸ, ਫਿਰ ਉਹਨਾਂ ਨੂੰ ਲਿਖਣਾ ਪੈਂਦਾ ਫॉर 30 ਈਅਰਸ ਕਿਉਂਕਿ ਇਹ ਡਿਊਰੇਸ਼ਨ ਦੱਸਤੀ ਵੀ ਕਿੰਨਾ ਸਮਾਂ ਹੋ ਗਿਆ। ਉਮੀਦ ਕਰਦੇ ਆ ਇਹ ਸਿੰਸ ਤੇ ਫॉर ਵਾਲਾ ਟੌਪਿਕ ਵੀ ਸਮਝ ਆ ਗਿਆ ਹੋਊ, ਤੇ ਜਿਹੜਾ ਪਰਫੈਕਟ ਕੰਟੀਨਿਊਸ ਵਾਲਾ ਕਨਸੈਪਟ ਆ ਉਹ ਵੀ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਤੁਸੀਂ ਸਮਝ ਗਏ ਹੋਵੋਗੇ ਵੀ ਹੋਰ ਕੁਝ ਨਹੀਂ ਹੈਗਾ, ਵੀ ਇੱਕ ਸਿੰਪਲ ਵਾਕ ਆ ਸਾਡੇ ਕੋਲ, ਮੈਂ ਕ੍ਰਿਕਟ ਖੇਡ ਰਿਹਾ ਹਾਂ, ਉਹ ਸਾਨੂੰ ਪਤਾ ਪ੍ਰੈਜ਼ੈਂਟ ਕੰਟੀਨਿਊਸ ਆ। ਤੇ ਜੇ ਉਹਨੂੰ ਕਹਿਤਾ ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹਾਂ, ਮੈਂ 2 ਘੰਟਿਆਂ ਤੋਂ ਕ੍ਰਿਕਟ ਖੇਡ ਰਿਹਾ ਹਾਂ, ਕਹਿਣ ਦਾ ਭਾਵ ਉਹਦੇ 'ਚ ਸਮੇਂ ਨੇ ਐਂਟਰੀ ਮਾਰਤੀ। ਜਿਹੜਾ ਰਿਹਾ ਹਾਂ ਹੈ ਉਹਦੇ ਵਿੱਚ ਤੋਂ ਆ ਗਿਆ, ਤੋਂ ਰਿਹਾ ਹਾਂ ਕਿੰਨੇ ਸਮੇਂ ਤੋਂ, ਜਾਂ ਹਨਾ ਕਿਹੜੇ ਸਟਾਰਟਿੰਗ ਪੁਆਇੰਟ ਤੋਂ ਸਮਾਂ ਦਿੱਤਾ, ਤਾਂ ਉਹ ਬਣ ਜੂਗਾ ਸਾਡੇ ਕੋਲ ਪਰਫੈਕਟ ਕੰਟੀਨਿਊਸ ਟੈਂਸ। ਪ੍ਰੈਜ਼ੈਂਟ, ਪਰਫੈਕਟ, ਫਿਊਚਰ, ਆਪਾਂ ਤਿੰਨਾਂ ਦੇ ਨਾ ਰੂਲ ਸਮਝ ਲਏ। ਤੁਸੀਂ ਇਹ ਤੇ ਪ੍ਰੈਕਟਿਸ ਵੀ ਕਰ ਲਓ ਦੱਬ ਕੇ, ਆਪੀ ਸਿੰਪਲ ਵਾਕ ਲੈ ਕੇ ਤੁਸੀਂ ਬਣਾ ਕੇ ਦੇਖ ਲਓ ਵੀ ਹਾਂ ਸਾਨੂੰ ਸਾਰੀ ਕਹਾਣੀ ਸਮਝ ਆ ਗਈ। ਉਮੀਦ ਕਰਦੇ ਹਾਂ ਕਿ ਅੱਜ ਵਾਲਾ ਟੌਪਿਕ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ। ਜੇ ਹੋਰ ਵੀ ਕੋਈ ਡਾਊਟ ਜਾਂ ਕਨਫਿਊਜ਼ਨ ਉਹ ਵੀ ਕਮੈਂਟ ਕਰਕੇ ਦੱਸੋ, ਆਪਾਂ ਉਹਦਾ ਵੀ ਹੱਲ ਕਰ ਦਾਂਗੇ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।